ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਮਾਰਟ ਫਾਰਮਿੰਗ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਿਸਾਨ ਵੀਰੋ, ਝੋਨੇ ਦੀ ਵਢਾਈ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਅਤੇ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਕਿਸਾਨ ਵੀਰੋ, ਪਰੰਤੂ ਕਣਕ ਦੀ ਬਿਜਾਈ ਤੋਂ ਪਹਿਲਾਂ ਤੁਸੀਂ ਆਪਣੀ ਜ਼ਮੀਨ ਨੂੰ ਸੋਹਣਾ ਬਣਾ ਸਕਦੇ ਹੋ ਅਤੇ ਕਣਕ ਦਾ ਝਾੜ ਵੀ ਚੰਗਾ ਲੈ ਸਕਦੇ ਹੋ। ਕਿਸਾਨ ਵੀਰੋ, ਜੇਕਰ ਤੁਹਾਡੀ ਕਣਕ ਦਾ ਝਾੜ ਚੰਗਾ ਨਹੀਂ ਆਉਂਦਾ ਜਾਂ ਕੋਈ ਹੋਰ ਫਸਲ ਤੁਸੀਂ ਝੋਨੇ ਤੋਂ ਬਾਅਦ ਬੀਜਣੀ ਹੈ, ਜਿਵੇਂ ਕਿ ਬਰਸੀਮ, ਜਵੀਂ, ਸਰੋਂ ਜਾਂ ਕੋਈ ਸਬਜ਼ੀ ਜਿਵੇਂ ਮਟਰ ਵਗੈਰਾ ਤੁਸੀਂ ਬੀਜਣੇ ਹਨ, ਉਹਨਾਂ ਦਾ ਝਾੜ ਚੰਗਾ ਨਹੀਂ ਆਉਂਦਾ, ਪਰੰਤੂ ਤੁਸੀਂ ਖਾਦਾਂ ਵਗੈਰਾ ਦੀ ਵਰਤੋਂ ਬਹੁਤ ਕਰਦੇ ਹੋ, ਪਰ ਫਿਰ ਵੀ ਤੁਹਾਡਾ ਝਾੜ ਜੋ ਹੈ ਉਹ ਚੰਗਾ ਨਹੀਂ ਆਉਂਦਾ ਜਾਂ ਵਧੀਆ ਨਹੀਂ ਆਉਂਦਾ, ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ। ਸਭ ਤੋਂ ਪਹਿਲਾਂ ਕਿਸਾਨ ਵੀਰੋ, ਜਿਹੜੇ ਕਿਸਾਨ ਭਰਾ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹਨ, ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਨਾਲ ਬੈਲ ਵਾਲਾ ਆਈਕਨ ਜ਼ਰੂਰ ਪ੍ਰੈਸ ਕਰ ਦੇਣ, ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਕਿਸਾਨ ਵੀਰੋ, ਜਦੋਂ ਤੋਂ ਯੂਰੀਆ ਅਤੇ ਪੋਟਾਸ਼ ਦੀ ਖਾਦ ਦੀ ਵਰਤੋਂ ਆਪਾਂ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ ਹੈ, ਉਦੋਂ ਤੋਂ ਹੀ ਆਪਾਂ ਨੂੰ ਆਪਣੀਆਂ ਜ਼ਮੀਨਾਂ ਦੀ ਹਾਲਤ ਜੋ ਹੈ ਉਹ ਵਿਗੜਨੀ ਸ਼ੁਰੂ ਹੋ ਗਈ ਹੈ, ਜਾਂ ਇਹ ਕਹਿ ਦਈਏ ਉਦੋਂ ਤੋਂ ਹੀ ਆਪਾਂ ਨੇ ਆਪਣੀਆਂ ਜ਼ਮੀਨਾਂ ਦੀ ਜੋ ਸਿਹਤ ਹੈ ਉਹ ਆਪਾਂ ਉਦੋਂ ਤੋਂ ਵਿਗਾੜ ਲਈ ਹੈ। ਆਪਾਂ ਨੂੰ ਕਿਸੇ ਨੇ ਇਹ ਕਹਿ ਦਿੱਤਾ ਕਿ ਆਪਾਂ ਜਿੰਨੀਆਂ ਵੀ ਖਾਦਾਂ ਆਪਣੀ ਜ਼ਮੀਨ ਦੇ ਵਿੱਚ ਪਾਵਾਂਗੇ, ਓਨਾ ਹੀ ਆਪਾਂ ਨੂੰ ਆਪਣੀ ਫਸਲ ਦਾ ਝਾੜ ਵੱਧ ਦੇਖਣ ਨੂੰ ਮਿਲੇਗਾ। ਪਰ ਕਿਸਾਨ ਵੀਰੋ, ਆਪਾਂ ਇਸ ਗੱਲ 'ਤੇ ਕਦੀ ਧਿਆਨ ਹੀ ਨਹੀਂ ਦਿੰਦੇ ਕਿ ਬਹੁਤੀਆਂ ਜ਼ਮੀਨਾਂ ਦੇ ਵਿੱਚ ਆਪਾਂ ਵਧੀਆ ਖਾਦਾਂ ਪਾਉਂਦੇ ਹਾਂ ਅਤੇ ਵਧੀਆ ਮਿਹਨਤ ਕਰਦੇ ਹਾਂ, ਤਾਂ ਵੀ ਪਰੰਤੂ ਆਪਾਂ ਨੂੰ ਉਹਨਾਂ ਜ਼ਮੀਨਾਂ ਦੇ ਵਿੱਚੋਂ ਜ਼ਿਆਦਾ ਝਾੜ ਨਹੀਂ ਮਿਲਦਾ। ਅਤੇ ਨਾਲ ਹੀ ਇਸ ਦੇ ਉਲਟ ਕੁਝ ਅਜਿਹੀਆਂ ਜ਼ਮੀਨਾਂ ਵੀ ਹੁੰਦੀਆਂ ਹਨ, ਜਿਨ੍ਹਾਂ ਦੇ ਵਿੱਚ ਆਪਾਂ ਨਾ ਤਾਂ ਜ਼ਿਆਦਾ ਖਾਦਾਂ ਪਾਉਂਦੇ ਹਾਂ ਅਤੇ ਨਾ ਹੀ ਕੋਈ ਵਧੀਆ ਮਿਹਨਤ ਕਰਦੇ ਹਾਂ, ਤਾਂ ਵੀ ਆਪਾਂ ਨੂੰ ਦੂਸਰੀਆਂ ਜ਼ਮੀਨਾਂ ਦੇ ਮੁਕਾਬਲੇ ਉਹਨਾਂ ਜ਼ਮੀਨਾਂ ਦੇ ਵਿੱਚ ਝਾੜ ਦੇ ਵਿੱਚ ਵਾਧਾ ਮਿਲਦਾ ਹੈ। ਕਿਸਾਨ ਵੀਰੋ, ਇਹ ਗੱਲ ਬਹੁਤ ਸੋਚਣ ਵਾਲੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ। ਕਿਸਾਨ ਵੀਰੋ, ਇਸ ਚੀਜ਼ ਦੇ ਵਿੱਚ ਬਹੁਤ ਡੂੰਘਾ ਕਾਰਨ ਹੈ, ਜੋ ਆਪਾਂ ਨੂੰ ਕੋਈ ਵੀ ਦਵਾਈਆਂ ਬਣਾਉਣ ਵਾਲੀ ਕੰਪਨੀ ਜਾਂ ਫੈਕਟਰੀ ਜਾਂ ਕੋਈ ਦੁਕਾਨਦਾਰ ਜਾਂ ਡੀਲਰ ਆਪਾਂ ਨੂੰ ਕਦੇ ਵੀ ਨਹੀਂ ਦੱਸਦਾ, ਕਿਉਂਕਿ ਇਹ ਚੀਜ਼ਾਂ ਦੱਸਣ ਦੇ ਨਾਲ ਉਹਨਾਂ ਦਾ ਹੀ ਜ਼ਿਆਦਾ ਨੁਕਸਾਨ ਹੈ। ਉਹਨਾਂ ਦੀਆਂ ਖਾਦਾਂ ਅਤੇ ਦਵਾਈਆਂ ਨਹੀਂ ਵਿਕਣਗੀਆਂ ਜੇਕਰ ਉਹ ਇਹ ਗੱਲਾਂ ਦੱਸਣਗੇ। ਕਿਸਾਨ ਵੀਰੋ, ਜਿੰਨਾ ਆਪਾਂ ਨੂੰ ਖਾਦਾਂ ਤੋਂ ਰਿਜ਼ਲਟ ਘੱਟ ਮਿਲੇਗਾ, ਓਨਾ ਹੀ ਆਪਾਂ ਬਾਜ਼ਾਰ ਦੇ ਵਿੱਚੋਂ ਵੱਧ ਤੋਂ ਵੱਧ ਖਾਦਾਂ ਲਿਆ ਕੇ, ਵੱਧ ਤੋਂ ਵੱਧ ਪ੍ਰੋਡਕਟ ਲਿਆ ਕੇ ਆਪਣੀ ਜ਼ਮੀਨ ਦੇ ਵਿੱਚ ਫਸਲ ਦੇ ਵਿੱਚ ਪਾਵਾਂਗੇ ਅਤੇ ਓਨਾ ਹੀ ਇਹਨਾਂ ਦਾ ਜ਼ਿਆਦਾ ਖਾਦਾਂ ਵਗੈਰਾ ਅਤੇ ਪ੍ਰੋਡਕਟ ਵਗੈਰਾ ਵਿਕਦੇ ਰਹਿਣਗੇ। ਤਾਂ ਹੀ ਇਹ ਕੰਪਨੀਆਂ ਆਪਾਂ ਨੂੰ ਅਸਲ ਗੱਲ ਨਹੀਂ ਕਦੇ ਵੀ ਦੱਸਦੀਆਂ। ਕਿਸਾਨ ਵੀਰੋ, ਇਹ ਗੱਲ ਜ਼ਰੂਰੀ ਨਹੀਂ ਹੈ ਕਿ ਬਹੁਤ ਜ਼ਿਆਦਾ ਮਿਹਨਤ ਕਰਨ ਅਤੇ ਬਹੁਤ ਜ਼ਿਆਦਾ ਖਾਦਾਂ ਪਾਉਣ ਨਾਲ ਹੀ ਆਪਣੀ ਫਸਲ ਵਧੀਆ ਹੋਏਗੀ। ਕਿਸਾਨ ਵੀਰੋ, ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਆਪਾਂ ਸਾਇੰਸ ਅਤੇ ਟੈਕਨੋਲੋਜੀ ਦੀ ਮਦਦ ਨਾਲ ਆਪਾਂ ਆਪਣੀਆਂ ਜ਼ਮੀਨਾਂ ਨੂੰ ਫਿੱਟ ਰੱਖ ਕੇ ਜ਼ਮੀਨਾਂ ਨੂੰ ਸੋਹਣਾ ਬਣਾ ਸਕਦੇ ਹਾਂ ਅਤੇ ਬੰਜਰ ਹੋਈਆਂ ਜ਼ਮੀਨਾਂ ਦੇ ਵਿੱਚ ਵੀ ਆਪਾਂ ਜਾਨ ਪਾ ਸਕਦੇ ਹਾਂ। ਕਿਸਾਨ ਵੀਰੋ, ਵੱਡਾ ਕਾਰਨ ਇਸ ਤਰ੍ਹਾਂ ਝਾੜ ਘੱਟ ਆਉਣ ਦਾ ਜੋ ਹੈ ਉਹ ਹੈ ਆਪਣੀ ਜ਼ਮੀਨ ਦਾ pH ਲੈਵਲ ਖਰਾਬ ਹੋ ਜਾਣਾ। ਕਿਸਾਨ ਵੀਰੋ, ਅੱਜ ਕੱਲ੍ਹ ਪੰਜਾਬ ਦੀਆਂ 70 ਤੋਂ 80% ਜ਼ਮੀਨਾਂ ਦਾ ਜੋ pH ਲੈਵਲ ਹੈ ਉਹ ਵਿਗੜ ਚੁੱਕਾ ਹੈ। ਕਿਸੇ ਜ਼ਮੀਨ ਦਾ pH ਲੈਵਲ ਬਿਲਕੁਲ ਘੱਟ ਗਿਆ ਹੈ ਅਤੇ ਕਿਸੇ ਜ਼ਮੀਨ ਦਾ pH ਲੈਵਲ ਲੋੜ ਤੋਂ ਜ਼ਿਆਦਾ ਵੱਧ ਗਿਆ ਹੈ, ਜਿਸ ਕਾਰਨ ਇਹਨਾਂ ਜ਼ਮੀਨਾਂ ਦੇ ਵਿੱਚ ਕੋਈ ਵੀ ਫਸਲ ਆਪਾਂ ਬੀਜ ਲਈਏ, ਕਿੰਨੀਆਂ ਮਰਜ਼ੀ ਖਾਦਾਂ ਪਾ ਲਈਏ, ਪਰੰਤੂ ਉੱਥੇ ਆਪਾਂ ਨੂੰ ਪ੍ਰੋਪਰ ਝਾੜ ਨਹੀਂ ਮਿਲਦਾ, ਆਪਾਂ ਕਿੰਨੀ ਵੀ ਮਿਹਨਤ ਕਰ ਲਈਏ। ਕਿਸਾਨ ਵੀਰੋ, pH ਲੈਵਲ ਜਿਹਨੂੰ ਆਪਾਂ ਪਾਵਰ ਆਫ ਹਾਈਡਰੋਜਨ ਵੀ ਕਹਿੰਦੇ ਹਾਂ, ਜੇਕਰ ਇਹਨੂੰ ਆਪਾਂ ਮੇਨਟੇਨ ਨਹੀਂ ਰੱਖਦੇ ਤਾਂ ਜ਼ਮੀਨਾਂ ਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਖਾਦਾਂ ਜਾਂ ਜਿੰਨੇ ਮਰਜ਼ੀ ਬਾਇਓ ਪ੍ਰੋਡਕਟ ਲਿਆ ਪਾਈ ਜਾਓ, ਪਰੰਤੂ ਆਪਾਂ ਨੂੰ ਪੂਰਾ ਝਾੜ ਨਹੀਂ ਮਿਲੇਗਾ, ਨਾ ਹੀ ਆਪਾਂ ਨੂੰ ਆਪਣੀ ਖਾਦਾਂ ਦਾ ਜੋ ਪੂਰਾ ਪ੍ਰੋਪਰ ਰਿਜ਼ਲਟ ਹੈ ਉਹ ਨਹੀਂ ਮਿਲੇਗਾ। ਇਸ ਦੇ ਨਾਲ ਆਪਣੀ ਖਾਦਾਂ ਦੀ ਬਰਬਾਦੀ, ਆਪਣੇ ਪੈਸੇ ਦੀ ਬਰਬਾਦੀ ਅਤੇ ਆਪਣੇ ਸਮੇਂ ਦੀ ਬਰਬਾਦੀ ਵੱਧ ਰਹੀ ਹੈ। ਸੋ ਕਿਸਾਨ ਵੀਰੋ, ਜ਼ਮੀਨ ਦੇ pH ਲੈਵਲ ਦੇ ਉੱਪਰ ਧਿਆਨ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਫਸਲ ਦੇ ਵੱਲ ਧਿਆਨ ਦੇਣ ਨਾਲ। ਕਿਸਾਨ ਵੀਰੋ, ਜੇਕਰ ਆਪਾਂ ਲੰਮੇ ਸਮੇਂ ਤੱਕ ਆਪਣੀ ਜ਼ਮੀਨ ਨੂੰ ਉਪਜਾਊ ਬਣਾਈ ਰੱਖਣਾ ਹੈ ਅਤੇ ਆਪਾਂ ਲੰਮੇ ਸਮੇਂ ਤੱਕ ਆਪਣੀ ਜ਼ਮੀਨ ਨੂੰ ਵਾਹੀ ਦੇ ਯੋਗ ਬਣਾਈ ਰੱਖਣਾ ਹੈ,
ਤਾਂ ਆਪਾਂ ਨੂੰ ਆਪਣੀ ਜ਼ਮੀਨ ਦੇ ਵਿੱਚ pH ਲੈਵਲ ਮੇਨਟੇਨ ਜ਼ਰੂਰ ਰੱਖਣਾ ਪਵੇਗਾ। ਹੁਣ ਗੱਲ ਕਰਦੇ ਹਾਂ ਕਿ ਜ਼ਮੀਨ ਦੇ ਵਿੱਚ pH ਲੈਵਲ ਕਿੰਨਾ ਹੋਵੇ ਤਾਂ ਜੋ ਆਪਾਂ ਨੂੰ ਪ੍ਰੋਪਰ ਰਿਜ਼ਲਟ ਖਾਦ ਦੇ ਮਿਲ ਸਕਣ ਅਤੇ ਆਪਾਂ ਨੂੰ ਪ੍ਰੋਪਰ ਝਾੜ ਵੀ ਮਿਲ ਸਕੇ। ਕਿਸਾਨ ਵੀਰੋ, ਕਿਸੇ ਵੀ ਜ਼ਮੀਨ ਦਾ ਜੋ pH ਲੈਵਲ ਹੈ ਉਹ 6.5 ਤੋਂ ਲੈ ਕੇ 7.5 ਦੇ ਵਿੱਚ ਹੋਣਾ ਚਾਹੀਦਾ ਹੈ। ਜੇਕਰ ਉਹ 8 ਵੀ ਹੋਊਗਾ ਜਾਂ 9 ਹੋਊਗਾ ਤਾਂ ਆਪਾਂ ਨੂੰ ਜ਼ਮੀਨ ਨੇ ਪ੍ਰੋਪਰ ਰਿਜ਼ਲਟ ਨਹੀਂ ਦੇਣਾ ਅਤੇ ਫਸਲ ਦਾ ਪ੍ਰੋਪਰ ਰਿਜ਼ਲਟ ਝਾੜ ਨਹੀਂ ਮਿਲੇਗਾ। ਅਤੇ ਦੂਜੇ ਪਾਸੇ ਜੇਕਰ ਆਪਣਾ pH ਲੈਵਲ 6.5 ਤੋਂ ਘੱਟ ਹੈ ਤਾਂ ਵੀ ਆਪਾਂ ਨੂੰ ਆਪਣੀ ਪਾਈ ਹੋਈ ਖਾਦ ਦਾ ਪ੍ਰੋਪਰ ਰਿਜ਼ਲਟ ਨਹੀਂ ਮਿਲੇਗਾ ਅਤੇ ਨਾ ਹੀ ਪ੍ਰੋਪਰ ਝਾੜ ਆਪਣੀ ਫਸਲ ਦਾ ਆ ਸਕੇਗਾ। ਪਿਛਲੇ ਕਈ ਸਾਲਾਂ ਤੋਂ ਇਹ ਸਮੱਸਿਆ ਦੇ ਕਾਰਨ ਹੀ ਬਹੁਤ ਹੀ ਜ਼ਿਆਦਾ ਮਿਹਨਤ ਕਰਨ ਵਾਲੇ ਅਤੇ ਵਧੀਆ ਖਾਦ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦੇ ਝੋਨਿਆਂ ਦਾ ਵਧੀਆ ਝਾੜ ਨਹੀਂ ਆਇਆ। ਉਸ ਦੇ ਉਲਟ ਬਹੁਤ ਥੋੜ੍ਹੀ ਮਿਹਨਤ ਅਤੇ ਥੋੜ੍ਹੀਆਂ ਖਾਦਾਂ ਵਰਤਣ ਵਾਲੇ ਕਿਸਾਨ ਵੀ ਜ਼ਿਆਦਾ ਮਿਹਨਤ ਕਰਨ ਵਾਲੇ ਕਿਸਾਨਾਂ ਦੇ ਨਾਲੋਂ ਵਧੀਆ ਝਾੜ ਆਪਣੇ ਝੋਨੇ ਦਾ ਲੈ ਗਏ ਹਨ। ਕਿਉਂਕਿ ਕਿਸਾਨ ਵੀਰੋ, ਉਹਨਾਂ ਕਿਸਾਨਾਂ ਦੀ ਜ਼ਮੀਨ ਦਾ ਜੋ pH ਲੈਵਲ ਹੈ ਉਹ ਪ੍ਰੋਪਰ ਮੇਨਟੇਨ ਹੈ। ਸੋ ਕਿਸਾਨ ਵੀਰੋ, pH ਲੈਵਲ ਦੇ ਉੱਪਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਆਪਣੀ ਜ਼ਮੀਨ ਦੇ। ਕਿਸਾਨ ਵੀਰੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹਾਂ। ਮੰਨ ਲਓ ਤੁਹਾਡੀ ਜ਼ਮੀਨ ਦਾ ਜੋ pH ਲੈਵਲ ਹੈ ਉਹ 5 ਹੈ ਤਾਂ ਤੁਸੀਂ ਜਿੰਨੀ ਮਰਜ਼ੀ ਯੂਰੀਆ ਖੇਤ ਦੇ ਵਿੱਚ ਪਾਉਂਦੇ ਹੋ ਤਾਂ ਉਸ ਦੇ ਵਿੱਚੋਂ ਸਿਰਫ 53% ਯੂਰੀਆ ਹੀ ਕੰਮ ਕਰੇਗੀ। ਮੰਨ ਲਓ ਤੁਸੀਂ ਆਪਣੇ ਖੇਤ ਦੇ ਵਿੱਚ 1 ਕੁਆਂਟਲ ਯੂਰੀਆ ਦੀ ਵਰਤੋਂ ਕਰਦੇ ਹੋ ਤਾਂ ਸਿਰਫ 53 ਕਿਲੋ ਯੂਰੀਆ ਹੀ ਆਪਣੀ ਫਸਲ ਨੂੰ ਲੱਗੇਗੀ। ਬਾਕੀ ਸਾਰੀ 47% ਜੋ ਯੂਰੀਆ ਹੈ ਉਹ ਉਵੇਂ ਦੀ ਉਵੇਂ ਖੇਤ ਦੇ ਵਿੱਚ ਪਈ ਰਹੇਗੀ, ਉਸ ਨੇ ਕਿਸੇ ਵੀ ਪੌਦੇ ਤੱਕ ਨਹੀਂ ਪਹੁੰਚਣਾ। ਬਾਕੀ ਸਾਰੀ ਦੀ ਸਾਰੀ ਜੋ ਯੂਰੀਆ ਹੈ ਉਹ ਖੇਤ ਦੇ ਵਿੱਚ ਵੇਸਟ ਉਸੇ ਤਰ੍ਹਾਂ ਹੀ ਪਈ ਰਹੇਗੀ। ਇਸ ਤੋਂ ਬਾਅਦ ਜੇਕਰ ਗੱਲ ਕਰਦੇ ਹਾਂ ਤਾਂ DAP ਦੀ, ਤਾਂ ਸਿਰਫ 34% DAP ਹੀ ਆਪਣੀ ਫਸਲ ਨੂੰ ਲੱਗੇਗਾ ਅਤੇ ਬਾਕੀ ਸਾਰਾ ਜਿੰਨਾ ਵੀ DAP ਬਚਿਆ ਹੈ ਤਕਰੀਬਨ 66% ਉਹ ਆਪਣਾ ਉਸੇ ਤਰ੍ਹਾਂ ਖੇਤ ਦੇ ਵਿੱਚ ਪਿਆ ਰਹੇਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੇਕਰ ਆਪਾਂ ਫਾਸਫੇਟ ਦੀ, ਤਾਂ ਸਿਰਫ 52% ਫਾਸਫੇਟ ਹੀ ਆਪਣੀ ਫਸਲ ਨੂੰ ਲੱਗੇਗੀ ਅਤੇ ਬਾਕੀ 48% ਜੋ ਫਾਸਫੇਟ ਹੈ ਉਹ ਉਸੇ ਤਰ੍ਹਾਂ ਜ਼ਮੀਨ ਦੇ ਵਿੱਚ ਬੇਕਾਰ ਪਈ ਰਹੇਗੀ। ਕਿਸਾਨ ਵੀਰੋ, ਜੇਕਰ ਆਪਾਂ ਸਾਰੀਆਂ ਖਾਦਾਂ ਦੀ ਗੱਲ ਕਰਦੇ ਹਾਂ ਤਾਂ ਸਿਰਫ 54% ਆਪਣੀਆਂ ਖਾਦਾਂ ਉਹ ਵੇਸਟ ਹੋਣਗੀਆਂ ਅਤੇ ਬਾਕੀ ਜੋ ਸਿਰਫ 46% ਖਾਦਾਂ ਹਨ ਉਹੀ ਆਪਣੇ ਪੌਦੇ ਤੱਕ ਪਹੁੰਚਣਗੀਆਂ ਅਤੇ ਬਾਕੀ 54% ਖਾਦਾਂ ਆਪਣੇ ਖੇਤ ਦੇ ਵਿੱਚ ਬੇਕਾਰ ਪਈਆਂ ਰਹਿਣਗੀਆਂ, ਜੋ ਆਪਣੀ ਜ਼ਮੀਨ ਦੇ ਵਿੱਚ ਬੇਮਤਲਬ ਦੀਆਂ ਪਈਆਂ ਰਹਿਣਗੀਆਂ ਅਤੇ ਆਪਣੇ ਖਰਚਾ ਵੀ ਵਧਾਉਣਗੀਆਂ ਅਤੇ ਆਪਣੀਆਂ ਮਿਹਨਤ ਵੀ ਵਧਾਉਣਗੀਆਂ। ਕਿਸਾਨ ਵੀਰੋ, ਜੇਕਰ ਤੁਹਾਡੀ ਜ਼ਮੀਨ ਦਾ pH ਲੈਵਲ ਜੋ ਉਹ 7 ਤੋਂ ਲੈ ਕੇ 7.5 ਦੇ ਵਿੱਚ ਹੈ ਤਾਂ ਤੁਸੀਂ ਕੋਈ ਵੀ ਖਾਦ ਪਾ ਲਓ ਉਹ ਆਪਣਾ 100% ਰਿਜ਼ਲਟ ਦੇਵੇਗੀ। 100 ਦਾ 100% ਜੋ ਖਾਦ ਦੇ ਤੱਤ ਹਨ ਉਹ ਤੁਹਾਡੀ ਫਸਲ ਤੱਕ ਪਹੁੰਚਣਗੇ, ਜਿਸ ਦੇ ਨਾਲ ਕਿ ਉਹ ਫਸਲ ਦਾ ਝਾੜ ਵੀ ਜ਼ਰੂਰ ਵਧੇਗਾ। ਕਿਸਾਨ ਵੀਰੋ, ਹੁਣ ਵੱਡੀ ਗੱਲ ਇੱਥੇ ਇਹ ਹੈ ਕਿ ਆਪਾਂ pH ਲੈਵਲ ਆਪਣੀ ਜ਼ਮੀਨ ਦਾ ਕਿਵੇਂ ਮੇਨਟੇਨ ਰੱਖ ਸਕਦੇ ਹਾਂ। ਜੇਕਰ ਆਪਣੀ ਜ਼ਮੀਨ ਦਾ pH ਲੈਵਲ ਘੱਟ ਹੈ ਤਾਂ ਉਹਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਅਤੇ ਜੇਕਰ ਆਪਣੀ ਜ਼ਮੀਨ ਦਾ pH ਲੈਵਲ ਵੱਧ ਹੈ ਤਾਂ ਉਹਨੂੰ ਆਪਾਂ ਕਿਵੇਂ ਘਟਾ ਸਕਦੇ ਹਾਂ। ਸੋ ਕਿਸਾਨ ਵੀਰੋ, ਜੇਕਰ ਤੁਹਾਡੀ ਜ਼ਮੀਨ ਦਾ pH ਲੈਵਲ ਵੱਧ ਹੈ ਤਾਂ ਆਪਾਂ ਆਪਣੀ ਜ਼ਮੀਨ ਦਾ pH ਲੈਵਲ ਘਟਾਉਣਾ ਹੈ ਤਾਂ ਤੁਸੀਂ ਜ਼ਮੀਨ ਦੇ ਵਿੱਚ ਸਲਫਰ ਅਤੇ ਅਮੋਨੀਅਮ ਫਾਸਫੇਟ ਦੀ ਵਰਤੋਂ ਕਰ ਸਕਦੇ ਹੋ, ਜਿਸ ਦੇ ਨਾਲ ਜ਼ਮੀਨ ਦਾ pH ਲੈਵਲ ਉਹ ਘੱਟ ਜਾਵੇਗਾ। ਅਤੇ ਦੂਜੇ ਪਾਸੇ ਜੇਕਰ ਤੁਹਾਡੀ ਜ਼ਮੀਨ ਦਾ pH ਲੈਵਲ 6.5 ਤੋਂ ਘੱਟ ਹੈ ਤਾਂ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਚੂਨੇ ਦੀ, ਜਾਂ ਜਿਹਨੂੰ ਆਪਾਂ ਕਲੀ ਵੀ ਬੋਲ ਦਿੰਦੇ ਹਾਂ ਜਾਂ ਸਫੈਦੀ ਵੀ ਬੋਲ ਦਿੰਦੇ ਹਾਂ, ਤਾਂ ਉਸ ਦੀ ਵਰਤੋਂ ਕਰ ਸਕਦੇ ਹੋ। ਕਿਸਾਨ ਵੀਰੋ, ਇਹਨਾਂ ਸਲਫਰ, ਅਮੋਨੀਅਮ ਫਾਸਫੇਟ ਅਤੇ ਕਲੀ ਚੂਨੇ ਦੀ ਵਰਤੋਂ ਤੁਸੀਂ ਆਪਣੀ ਮਿੱਟੀ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਟੈਸਟ ਕਰਵਾ ਕੇ ਇਹਨਾਂ ਦੀ ਵਰਤੋਂ ਅਤੇ ਮਾਤਰਾ ਦੀ ਉੱਥੋਂ ਆਪਾਂ ਪੜਤਾਲ ਕਰ ਸਕਦੇ ਹਾਂ ਵੀ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਕਿੰਨੀ ਇਹਨਾਂ ਆਈਟਮਾਂ ਦੀ ਕਿੰਨੀ ਮਾਤਰਾ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਸਾਨ ਵੀਰੋ, ਇਹ ਕੰਮ ਕਣਕ ਬੀਜਣ ਤੋਂ ਪਹਿਲਾਂ ਕਰ ਲਓ ਤਾਂ ਜੋ ਆਪਾਂ ਸਰਦੀ ਦੇ ਸਮੇਂ ਦੇ ਵਿੱਚ ਕਣਕ ਦੇ
ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਖਾਦਾਂ ਦੀ ਵਰਤੋਂ ਕਰਨੀ ਹੈ, ਉਹਨਾਂ ਦਾ ਰਿਜ਼ਲਟ ਆਪਾਂ ਨੂੰ 100% ਮਿਲ ਸਕੇ। ਜੇਕਰ ਕਿਸਾਨ ਵੀਰੋ ਆਪਣੇ ਜ਼ਮੀਨ ਦੀ ਮਿੱਟੀ ਵਧੀਆ ਕਰ ਲਵਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਆਪਣੇ ਪੈਸੇ ਦੀ ਹੋਣ ਵਾਲੀ ਬਰਬਾਦੀ ਤੋਂ ਬਚ ਜਾਵਾਂਗੇ, ਜਿਸ ਦੇ ਨਾਲ ਆਪਾਂ ਆਪਣੇ ਖੇਤ ਦੀ ਉਪਜਾਊ ਸ਼ਕਤੀ ਵੀ ਵਧਾਈ ਰੱਖਾਂਗੇ। ਕਿਸਾਨ ਵੀਰੋ, ਮੇਰੀ ਅੱਜ ਦੀ ਇਹ ਵੀਡੀਓ ਇੱਥੋਂ ਤੱਕ ਸੀ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਜ਼ਰੂਰ ਕਰੋ। ਧੰਨਵਾਦ ਜੀ।